ਵੈਲਕਮ ਅਗੇਨ ਸਟੂਡੈਂਟਸ। ਅੰਡਰਸਟੈਂਡਿੰਗ ਦਾ ਸੈਲਫ ਜਿਹੜਾ ਕੰਪਲਸਰੀ ਪੇਪਰ ਆ ਤੁਹਾਡਾ, ਉਹਦੇ ਵਿੱਚ ਅਸੀਂ ਸੈਕਸ਼ਨ ਏ ਕੀਤਾ ਏ। ਸੈਕਸ਼ਨ ਬੀ ਦੇ ਵਿੱਚ ਸਕੂਲਿੰਗ ਕਰ ਰਹੇ ਹਾਂ। ਅਸੀਂ ਸਕੂਲਿੰਗ ਦੇ ਵਿੱਚ ਸਕੂਲਿੰਗ ਦਾ ਅਰਥ ਵਗੈਰਾ ਕੀਤਾ ਏ, ਐਕਟੀਵਿਟੀਜ਼ ਕੀਤੀਆਂ ਨੇ। ਅਤੇ ਇਸ ਤੋਂ ਬਾਅਦ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਕਰ ਰਹੇ ਹਾਂ, ਰਾਸ਼ਟਰੀ ਏਕਤਾ। ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਰਾਸ਼ਟਰੀ ਏਕਤਾ ਕੀ ਹੁੰਦੀ ਆ। ਰਾਸ਼ਟਰੀ ਏਕਤਾ ਦਾ ਸਧਾਰਨ ਅਰਥ ਹੈ ਰਾਸ਼ਟਰ ਜਾਂ ਦੇਸ਼ ਦੇ ਭਿੰਨ-ਭਿੰਨ ਧਰਮਾਂ, ਭਾਸ਼ਾਵਾਂ, ਜਾਤੀਆਂ ਆਦਿ ਦੇ ਨਿਵਾਸੀਆਂ ਵਿੱਚ ਦੇਸ਼ ਦੇ ਹਿੱਤ ਲਈ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਦੀ ਏਕਤਾ। ਤੇ ਰਾਸ਼ਟਰੀ ਏਕਤਾ ਇਹ ਹੁੰਦੀ ਹੈ। ਰਾਸ਼ਟਰੀ ਏਕਤਾ ਦਾ ਭਾਵ ਵਿਭਿੰਨਤਾ ਵਿੱਚ ਏਕਤਾ ਹੈ। ਇਹ ਰਾਸ਼ਟਰ ਦੇ ਸਮਾਜਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ ਤੇ ਭਾਸ਼ਾਈ ਪੱਖਾਂ ਵਿੱਚ ਏਕਤਾ ਪ੍ਰਗਟਾਉਂਦੀ ਹੈ। ਇਹ ਇੱਕ ਪ੍ਰਭਾਵਸ਼ਾਲੀ ਸ਼ਕਤੀ ਹੈ ਜੋ ਦੇਸ਼ ਵਾਸੀਆਂ ਨੂੰ ਏਕਤਾ ਵਿੱਚ ਬੰਨ੍ਹਦੀ ਹੈ। ਇੱਕ ਮਾਨਸਿਕ ਪ੍ਰਵਿਰਤੀ ਆ ਜਾਂ ਸੋਚ ਆ ਜਾਂ ਆਦਤ ਆ ਜੋ ਏਕਤਾ ਦੀ ਭਾਵਨਾ ਜੀਵਨ ਦੇ ਸਾਂਝੇ ਆਦਰਸ਼ਾਂ ਤੇ ਵਿਵਹਾਰ ਦੇ ਸਾਂਝੇ ਨਿਯਮਾਂ ਉੱਪਰ ਆਧਾਰਿਤ ਹੁੰਦੀ ਆ। ਤਾਂ ਇਹ ਸੀਗੀ ਰਾਸ਼ਟਰੀ ਏਕਤਾ। ਰਾਸ਼ਟਰੀ ਏਕਤਾ ਤੋਂ ਬਾਅਦ ਅਸੀਂ ਕਰਾਂਗੇ ਰਾਸ਼ਟਰੀ ਪਛਾਣ, ਨੈਸ਼ਨਲ ਆਈਡੈਂਟੀਟੀ। ਰਾਸ਼ਟਰੀ ਪਛਾਣ ਕੀ ਹੁੰਦੀ ਹੈ? ਰਾਸ਼ਟਰੀ ਪਛਾਣ ਵਿਅਕਤੀ ਦੇ ਉਸ ਦੇਸ਼ ਨਾਲ ਸੰਬੰਧਿਤ ਹੁੰਦੀ ਹੈ ਜਿਸ ਦੇਸ਼ ਦਾ ਉਹ ਨਾਗਰਿਕ ਆ। ਰਾਸ਼ਟਰੀ ਪਛਾਣ ਤੋਂ ਭਾਵ ਉਸ ਰਾਸ਼ਟਰ ਦੇ ਸਾਰੇ ਨਾਗਰਿਕਾਂ ਵਿੱਚ ਵਿਚਾਰਾਂ ਤੇ ਭਾਵਨਾਵਾਂ ਦੀ ਏਕਤਾ ਹੈ। ਰਾਸ਼ਟਰੀ ਪਛਾਣ ਵਿਅਕਤੀ ਦੇ ਵਿਵਹਾਰ ਵਿੱਚ ਕੁਝ ਨਿਸ਼ਚਿਤ ਪਰਿਵਰਤਨ ਲੈ ਕੇ ਆਉਂਦੀ ਹੈ। ਰਾਸ਼ਟਰੀ ਪਹਿਚਾਣ ਰਾਸ਼ਟਰੀ ਏਕਤਾ ਦਾ ਆਧਾਰ ਆ। ਇਹ ਲੋਕਾਂ ਨੂੰ ਮਾਨਸਿਕ ਤੇ ਰਾਸ਼ਟਰੀ ਏਕਤਾ ਲਈ ਤਿਆਰ ਕਰਦੀ ਹੈ। ਰਾਸ਼ਟਰੀ ਪਹਿਚਾਣ ਵਿਅਕਤੀ ਦੇ ਦਿਲ ਅਤੇ ਦਿਮਾਗ ਵਿੱਚ ਰਾਸ਼ਟਰੀ ਏਕਤਾ ਲਈ ਸੁਰੱਖਿਆ ਦੀ ਰਚਨਾ ਕਰਦੀ ਹੈ। ਇਹ ਲੋਕਾਂ ਦੇ ਮਨਾਂ ਤੇ ਦਿਲਾਂ ਨੂੰ ਸਿਖਲਾਈ ਪ੍ਰਦਾਨ ਕਰਦੀ ਹੈ। ਫੌਜ ਨੂੰ ਲੜਨ ਲਈ ਸਿਰਫ ਸਿਖਲਾਈ ਦੇਣੀ ਹੀ ਕਾਫੀ ਨਹੀਂ, ਉਸ ਨੂੰ ਮਾਨਸਿਕ ਤੌਰ ਤੇ ਵੀ ਤਿਆਰ ਕਰਨਾ ਪੈਂਦਾ ਹੈ। ਰਾਸ਼ਟਰੀ ਪਹਿਚਾਣ ਆ ਜਿਹੜੀ ਇਸ ਕੰਮ ਨੂੰ ਪੂਰਾ ਕਰਦੀ ਹੈ। ਰਾਸ਼ਟਰੀ ਪਹਿਚਾਣ ਦਾ ਸਕਾਰਾਤਮਕ ਅਰਥ ਆ ਜਿਹੜਾ ਉਹ ਰਾਸ਼ਟਰ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਦਾ ਯਤਨ ਕਰਨਾ, ਸੰਪੂਰਨ ਰਾਸ਼ਟਰ ਨੂੰ ਆਪਣਾ ਰਾਸ਼ਟਰ ਸਮਝ ਕੇ ਉਸ ਨਾਲ ਪ੍ਰੇਮ ਕਰਨਾ। ਇਸ ਦਾ ਨਕਾਰਾਤਮਕ ਅਰਥ ਕੀ ਆ? ਵੰਡਣ ਵਾਲੇ ਤੱਤਾਂ ਨਾਲ ਨਫ਼ਰਤ ਕਰਨਾ, ਰਾਸ਼ਟਰ ਨੂੰ ਟੁੱਟਣ ਤੋਂ ਬਚਾਉਣਾ। ਐਂਥਨੀ ਸਮਿਥ ਦੀ ਡੈਫੀਨੇਸ਼ਨ ਆ ਰਾਸ਼ਟਰੀ ਪਹਿਚਾਣ ਦੇ ਉੱਤੇ। ਰਾਸ਼ਟਰੀ ਪਹਿਚਾਣ ਕੀ ਹੁੰਦੀ ਆ? ਫਿਰ ਰੂਪਰਟ ਐਮਰਸਨ ਦੀ ਡੈਫੀਨੇਸ਼ਨ ਹੈ ਰਾਸ਼ਟਰੀ ਪਹਿਚਾਣ ਦੇ ਉੱਤੇ। ਇਹ ਤੁਸੀਂ ਦੋਨੇ ਪੜ੍ਹ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਹੈਗਾ ਰਾਸ਼ਟਰੀ ਪਹਿਚਾਣ ਦਾ ਵਿਕਾਸ। ਇਹ ਤਿੰਨ ਤੁਹਾਡੇ ਸ਼ਾਰਟ ਨੋਟ ਨੇ। ਇੱਕ ਲੌਂਗ ਕੁਐਸਚਨ ਜਿਹੜਾ ਉਹ ਮੈਂ ਦੱਸਦੀ ਹਾਂ ਤੁਹਾਨੂੰ ਕਿਵੇਂ ਬਣੂਗਾ। ਪਹਿਲਾਂ ਅਸੀਂ ਰਾਸ਼ਟਰੀ ਪਹਿਚਾਣ ਦਾ ਵਿਕਾਸ ਕਰਦੇ ਹਾਂ। ਹਰੇਕ ਰਾਸ਼ਟਰ ਵੱਡੇ ਤੇ ਛੋਟੇ ਸਮੁਦਾਇਆਂ ਨਾਲ ਮਿਲ ਕੇ ਬਣਦਾ ਹੈ। ਅਲੱਗ-ਅਲੱਗ ਕਮਿਊਨਿਟੀਜ਼ ਹੁੰਦੀਆਂ ਨੇ ਜਿਹੜੀਆਂ ਮਿਲ ਕੇ ਇੱਕ ਰਾਸ਼ਟਰ ਨੂੰ ਨਿਰਮਿਤ ਕਰਦੀਆਂ ਨੇ। ਇਹਦੇ ਵਿੱਚ ਅਲੱਗ-ਅਲੱਗ ਜਾਤਾਂ, ਧਰਮਾਂ, ਭਾਸ਼ਾਵਾਂ, ਖੇਤਰਾਂ ਤੇ ਅਲੱਗ-ਅਲੱਗ ਸੱਭਿਆਚਾਰਾਂ ਦੇ ਲੋਕ ਨੇ ਜਿਹੜੇ ਉਹ ਸ਼ਾਮਲ ਹੁੰਦੇ ਨੇ। ਇਹਦੇ ਬਾਵਜੂਦ ਵੀ ਇਹ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਇੱਕੋ ਭੂਮੀ 'ਤੇ ਪੈਦਾ ਹੋਏ ਹਾਂ, ਇੱਕੋ ਹੀ ਰਾਸ਼ਟਰ ਨਾਲ ਅਸੀਂ ਜੁੜੇ ਹੋਏ ਹਾਂ, ਤਾਂ ਇੱਕ ਹੀ ਅਸੀਂ ਹਾਂ। ਇਹ ਭਾਵਨਾ ਜਿਹੜੀ ਉਹ ਨੈਸ਼ਨਲ ਆਈਡੈਂਟੀਟੀ ਦੀ ਭਾਵਨਾ ਹੈ, ਰਾਸ਼ਟਰੀ ਹੋਂਦ ਦੀ ਭਾਵਨਾ ਹੈ। ਰਾਸ਼ਟਰੀ ਹੋਂਦ ਵਾਲਾ ਵਿਅਕਤੀ ਅਸੀਂ ਸਾਰੇ ਇੱਕ ਹਾਂ ਦੀ ਭਾਵਨਾ ਨਾਲ ਜੁੜਿਆ ਹੁੰਦਾ ਹੈ। ਇਕਜੁੱਟਤਾ ਦੀ ਭਾਵਨਾ ਵਾਲਾ ਵਿਅਕਤੀ ਚਾਹੇ ਕਿਸੇ ਵੀ ਧਰਮ, ਜਾਤ, ਖੇਤਰ, ਸਮੁਦਾਇ ਨਾਲ ਸੰਬੰਧਿਤ ਹੋਵੇ, ਸਾਰੇ ਦੇਸ਼ ਵਾਸੀਆਂ ਨੂੰ ਇੱਕ ਮੰਨਦਾ ਹੈ। ਇਸ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਰੱਖਦਾ। ਉਹ ਹਮੇਸ਼ਾ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਇੱਕ ਤਾਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਪ੍ਰਵਿਰਤੀਆਂ ਦਾ ਖੰਡਨ ਕਰਦਾ ਹੈ ਜਿਹੜੀਆਂ ਦੇਸ਼ ਦੀ ਏਕਤਾ ਤੇ ਤਰੱਕੀ ਲਈ ਖਤਰਾ ਹੋਣ। ਇਹ ਹੈਗੀ ਆ ਰਾਸ਼ਟਰੀ ਹੋਂਦ। ਰਾਸ਼ਟਰੀ ਜੀਵਨ ਦਾ ਆਧਾਰ ਸਾਂਝੀ ਨਾਗਰਿਕਤਾ, ਅਨੇਕਤਾ, ਏਕਤਾ, ਧਰਮ ਨਿਰਪੱਖਤਾ, ਨਿਆਂ, ਸਮਾਨਤਾ ਤੇ ਭਾਸ਼ਾ ਦੀ ਭਾਵਨਾ ਹੈ। ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਨੇ ਰਾਸ਼ਟਰ ਨੂੰ
ਸਮਾਜਿਕ ਤੇ ਧਾਰਮਿਕ ਨਿਆਂ ਦੇ ਆਧਾਰ ਤੇ ਧਰਮ ਨਿਰਪੱਖ ਤੇ ਲੋਕਤੰਤਰੀ ਬਣਾਉਣ ਦੀ ਸਹੁੰ ਚੁੱਕੀ ਹੈ। ਇੱਕ ਸਫਲ ਲੋਕਤੰਤਰ ਲਈ ਕਿਸੇ ਵੀ ਦੇਸ਼ ਨੂੰ ਰਾਸ਼ਟਰੀ ਇਕਜੁੱਟਤਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਸੇ ਲਈ ਡਾਕਟਰ ਰਾਧਾ ਕ੍ਰਿਸ਼ਨਨ ਦੀ ਡੈਫੀਨੇਸ਼ਨ ਦੇਖਾਂਗੇ ਅਸੀਂ। ਤਾਂ ਜਿਹੜੀ ਸਿੱਖਿਆ ਹੈ ਉਹ ਨੈਸ਼ਨਲ ਜਿਹੜੀ ਆਈਡੈਂਟੀਟੀ ਆ ਉਸ ਨੂੰ ਡਿਵੈਲਪ ਕਰਨ ਦਾ ਕੰਮ ਕਰਦੀ ਆ। ਅੱਜ ਦਾ ਟੌਪਿਕ ਸਾਡਾ ਇਹੀ ਸੀ, 3 ਸ਼ਾਰਟ ਨੋਟਸ ਨੇ ਸਾਡੇ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਫਿਰ ਨੈਕਸਟ ਨੈਸ਼ਨਲ ਆਈਡੈਂਟੀਟੀ ਦੀਆਂ ਜਿਹੜੇ ਟੌਪਿਕ ਨੇ ਉਹਨਾਂ ਨਾਲ ਮਿਲਦੇ ਆ। ਓਕੇ, ਥੈਂਕਸ।